श्री गुरु गोबिंद सिंह जी महाराज नित प्रति शस्त्रां दे जैसा कि तीर बंदूक अते तलवार चलाउण दे अभ्यास करते रहंदे। नित नवीआं देश विदेश तो संगतां घोड़े वस्त्र लिया के भेटा करदियां। अनेकां सिख शरधा नाल आप जी दे पास नौकरी करन लग पए। उन्हां नूं नियम अनुसार तनख्वाह रोटी अते कपड़ा मिलदा। इस तरह हज़ारां दी गिणती विच आप जी पास फौज इकट्ठी हो गई। ਜਦੋਂ ਕੋਈ ਸਿੱਖ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਉਂਦਾ ਤਾਂ ਜੈਕਾਰਾ ਬੁਲਾ ਕੇ ਹੀ ਦਰਸ਼ਨ ਕਰਦਾ। ਸਤਿਗੁਰੂ ਜੀ ਸਿੱਖਾਂ ਨੂੰ ਅਭਿਆਸ ਕਰਨ ਵਾਸਤੇ ਚੰਗੇ ਘੋੜੇ ਤੇ ਸ਼ਸਤਰ ਦੇ ਕੇ ਉਹਨਾਂ ਤੋਂ ਰੋਜ਼ ਹੀ ਯੁੱਧ ਜੰਗ ਕਰਨ ਦਾ ਅਭਿਆਸ ਕਰਾਉਂਦੇ ਰਹਿੰਦੇ। ਜਦ ਇਸ ਤਰ੍ਹਾਂ ਦੀ ਫੌਜੀ ਢੰਗ ਦਾ ਕੁਝ ਸਮਾਨ ਤੇ ਜਵਾਨ ਇਕੱਠਾ ਹੋ ਗਿਆ ਤਾਂ ਫਿਰ ਸਤਿਗੁਰੂ ਜੀ ਨੇ ਵਿਚਾਰਿਆ ਕਿ ਦਲ ਵਿੱਚ ਇੱਕ ਦਮਾਮਾ ਵੀ ਹੋਣਾ ਚਾਹੀਦਾ ਹੈ, ਜਿਸ ਦੇ ਵੱਜਣ ਨਾਲ ਆਪੋ ਆਪਣੇ ਡੇਰਿਆਂ ਵਿੱਚ ਬੈਠੇ ਜਵਾਨਾਂ ਨੂੰ ਕਿਸੇ ਤਿਆਰੀ ਅਥਵਾ ਲਾਚਾਰੀ ਦੀ ਸੂਚਨਾ ਦਿੱਤੀ ਜਾ ਸਕੇ। ਇਸ ਵਿਚਾਰ ਅਨੁਸਾਰ ਭਾਈ ਨੰਦ ਚੰਦ ਨੂੰ ਹੁਕਮ ਕਰ ਦਿੱਤਾ। ਭਾਈ ਜੀ ਨੇ ਬਹੁਤ ਸਾਰਾ ਲੋਹਾ ਖਰੀਦ ਕੇ ਉਸ ਦਾ ਦਮਾਮਾ ਤਿਆਰ ਕਰਨ ਵਾਸਤੇ ਕਈ ਕਾਰੀਗਰ ਲਗਾ ਦਿੱਤੇ। ਕਾਰੀਗਰਾਂ ਨੇ ਥੋੜੇ ਦਿਨ ਵਿੱਚ ਹੀ ਜਦ ਦਮਾਮੇ ਦੇ ਦੋਵੇਂ ਦੌਰ ਤਿਆਰ ਕਰ ਲਏ ਤਾਂ ਉਸ ਨੂੰ ਖੱਲ ਨਾਲ ਮੜਾ ਕੇ ਸਤਿਗੁਰੂ ਜੀ ਦੇ ਹਾਜ਼ਰ ਕੀਤਾ, ਜਿਸ ਨੂੰ ਵੇਖ ਕੇ ਆਪ ਜੀ ਨੇ ਪ੍ਰਸੰਨ ਹੋ ਕੇ ਕਾਰੀਗਰਾਂ ਨੂੰ ਬਹੁਤ ਧਨ ਬਖਸ਼ਿਸ਼ ਕੀਤਾ। ਨਗਾਰਾ ਤਿਆਰ ਹੋਇਆ ਵੇਖ ਕੇ ਮਸੰਦ ਆਪਸ ਵਿੱਚ ਗੱਲਾਂ ਕਰਨ ਲੱਗੇ ਕਿ ਇਹ ਗੱਲ ਠੀਕ ਨਹੀਂ ਹੋ ਰਹੀ। ਪਹਿਲਾਂ ਤਾਂ ਇਹ ਰਾਤ ਦਿਨ ਸੈਨਾ ਇਕੱਠੀ ਕਰਦੇ, ਸ਼ਸਤਰ ਅਤੇ ਘੋੜੇ ਬੜੇ ਪ੍ਰੇਮ ਨਾਲ ਰੱਖਦੇ ਰਹੇ ਹਨ। ਹੁਣ ਇਹਨਾਂ ਇਹ ਵੱਡਾ ਸਾਰਾ ਦਮਾਮਾ ਵੀ ਬਣਾ ਲਿਆ ਹੈ। ਜਦ ਇਹ ਇਸ ਨੂੰ ਵਜਾਣਗੇ ਤਾਂ ਕਹਲੂਰ ਦਾ ਰਾਜਾ ਭੀਮ ਚੰਦ ਵੀ ਇਸ ਨੂੰ ਸੁਣ ਲਵੇਗਾ। ਉਹ ਦੇਸ਼ ਦਾ ਰਾਜਾ ਹੈ, ਉਸ ਪਾਸ ਤਕੜੀ ਫੌਜ ਹੈ, ਬਿਲਾਸਪੁਰ ਉਸ ਦੀ ਰਾਜਧਾਨੀ ਹੈ। ਐਸਾ ਨਾ ਹੋਵੇ ਉਹ ਧੌਂਸਾ ਵੱਜਦਾ ਸੁਣ ਕੇ ਕੋਈ ਬਖੇੜਾ ਹੀ ਖੜਾ ਕਰ ਦੇਵੇ। ਇਸ ਨਾਲ ਬੜਾ ਝਗੜਾ ਉੱਠ ਖੜਾ ਹੋਵੇਗਾ ਤੇ ਸਾਡੀ ਸਾਰੀ ਗੱਲ ਸ਼ਾਂਤੀ ਸੁੱਖ ਨਾਲ ਰਹਿਣ ਦੀ ਨੀਤੀ ਵਿਗੜ ਜਾਏਗੀ। ਇੱਥੇ ਸਾਡਾ ਵਸਣਾ ਔਖਾ ਹੋ ਜਾਵੇਗਾ। ਜਿਸ ਰਾਜੇ ਭੀਮ ਚੰਦ ਦਾ ਇਹ ਰਾਜ ਹੈ ਉਹ ਸਾਨੂੰ ਆਪਣੇ ਰਾਜ ਵਿੱਚੋਂ ਕੱਢ ਦੇਵੇਗਾ ਜੇ ਉਸ ਨਾਲ ਜੰਗ ਕਰਾਂਗੇ। ਜੰਗ ਕਰਨ ਵਾਸਤੇ ਬਹੁਤ ਧਨ ਦੀ ਲੋੜ ਹੁੰਦੀ ਹੈ। ਧਨ ਇਕੱਠਾ ਕਰਨ ਦੀ ਬਿਪਤਾ ਸਾਡੇ ਮਸੰਦਾਂ ਦੇ ਸਿਰ ਹੀ ਆ ਪਵੇਗੀ। ਗੁਰੂ ਜੀ ਅਜੇ 9 ਉਮਰ ਦੇ ਬਾਲਕ ਹਨ। ਉਹ ਆਪਣੇ ਮਨ ਭਾਉਂਦੀਆਂ ਗੱਲਾਂ ਬਿਨਾਂ ਉਹਨਾਂ ਦਾ ਫਲ ਸੋਚੇ ਸਮਝੇ ਹੀ ਕਰੀ ਜਾਂਦੇ ਹਨ। ਇਹ ਸੋਚਾਂ ਸੋਚ ਕੇ ਮਸੰਦਾਂ ਨੇ ਮਾਤਾ ਜੀ ਪਾਸ ਆ ਕੇ ਉਹਨਾਂ ਨੂੰ ਡਰ ਵਾਲੀ ਗੱਲ ਦੱਸ ਕੇ ਬੇਨਤੀ ਕੀਤੀ ਕਿ ਇੱਕ ਤਾਂ ਗੁਰੂ ਜੀ ਨੇ ਬਹੁਤ ਫੌਜ ਇਕੱਠੀ ਕਰ ਰੱਖੀ ਹੈ, ਉਹਨਾਂ ਨੂੰ ਰੋਟੀ ਕੱਪੜਾ ਤੇ ਤਨਖਾਹ ਮਿਲਦੀ ਹੈ। ਦੂਜਾ ਦੇਗ ਦਾ ਬਹੁਤ ਖਰਚ ਹੈ। ਇਤਨਾ ਖਰਚ ਤਾਂ ਉਹ ਪੂਰਾ ਕਰ ਸਕਦਾ ਹੈ ਜਿਸ ਪਾਸ ਦੇਸ਼ ਦਾ ਰਾਜ ਹੋਵੇ। ਇੱਥੇ ਤਾਂ ਸਿੱਖ ਸੰਗਤ ਜਥਾ ਸ਼ਕਤ ਭੇਟਾ ਲਿਆਉਂਦੀ ਹੈ ਤਾਂ ਨਿਰਵਾਹ ਹੁੰਦਾ ਹੈ। ਕਿਸੇ ਪਾਸੋਂ ਹੁਕਮ ਕਰਕੇ ਨਹੀਂ ਲਿਆ ਜਾ ਸਕਦਾ ਜਿਸ ਨਾਲ ਸੈਨਾ ਦਾ ਖਰਚ ਚਲਾਇਆ ਜਾਵੇ। ਹੁਣ ਇੱਕ ਧੌਂਸਾ ਬਣਵਾ ਲਿਆ ਹੈ ਜਿਸ ਨਾਲ ਬੜਾ ਵੱਡਾ ਝਗੜਾ ਉੱਠ ਖੜਾ ਹੋਣ ਦਾ ਡਰ ਹੈ। ਜਦੋਂ ਇਸ ਨੂੰ ਵਜਾਉਣਗੇ ਤਾਂ ਇਸ ਇਲਾਕੇ ਦਾ ਰਾਜਾ ਭੀਮ ਚੰਦ ਉਸ ਨੂੰ ਸੁਣ ਕੇ ਸਹਾਰ ਨਹੀਂ ਸਕੇਗਾ, ਕਿਉਂਕਿ ਆਪਣੇ ਰਾਜ ਵਿੱਚ ਦੂਸਰੇ ਦਾ ਨਗਾਰਾ ਕੌਣ ਵੱਜਣ ਦਿੰਦਾ ਹੈ। ਸਾਨੂੰ ਡਰ ਹੈ ਕਿ ਕਿਤੇ ਆਨੰਦਪੁਰ ਹੀ ਨਾ ਛੱਡਣਾ ਪਵੇ। ਇਸ ਕਰਕੇ ਤੁਸੀਂ ਸਤਿਗੁਰੂ ਜੀ ਨੂੰ ਸਮਝਾਓ ਕਿ ਧੌਂਸਾ ਨਾ ਵਜਾਉਣ। ਅੱਗੇ ਵੇਖੋ 6ਵੇਂ ਗੁਰੂ ਜੀ ਨੇ ਯੁੱਧ ਜੰਗ ਕੀਤੇ ਤਾਂ ਉਹਨਾਂ ਨੂੰ ਅੰਮ੍ਰਿਤਸਰ ਛੱਡ ਕੇ ਅਨੇਕ ਪ੍ਰਕਾਰ ਦੇ ਸੰਕਟ ਝੱਲਣੇ ਪਏ ਸਨ। ਇਹਨਾਂ ਨੂੰ ਕੋਈ ਬਖੇੜੇ ਵਾਲਾ ਕੰਮ ਨਹੀਂ ਕਰਨਾ ਚਾਹੀਦਾ। ਮਸੰਦਾਂ ਪਾਸੋਂ ਇਹ ਗੱਲਾਂ ਸੁਣ ਕੇ ਮਾਤਾ ਜੀ ਨੇ ਮਨ ਵਿੱਚ ਬਹੁਤ ਚਿੰਤਾ ਕੀਤੀ ਅਤੇ ਸਤਿਗੁਰਾਂ ਨੂੰ ਸੱਦ ਕੇ ਸਮਝਾਇਆ ਕਿ ਬੇਟਾ ਐਸਾ ਕੋਈ ਕੰਮ ਨਾ ਕਰੋ ਜਿਸ ਨਾਲ ਪਹਾੜੀ ਰਾਜਿਆਂ ਨਾਲ ਕੋਈ ਝਗੜਾ ਛਿੜ ਪਵੇ। ਜੇ ਤੁਸੀਂ ਸੈਨਾ ਰੱਖ ਲਈ ਹੈ ਤਾਂ ਕੋਈ ਗੱਲ ਨਹੀਂ, ਉਸ ਨਾਲ ਆਪਣੀ ਮੌਜ ਅਨੁਸਾਰ ਸ਼ਿਕਾਰ ਖੇਡੋ, ਹੱਸੋ ਖੇਡੋ ਤੇ ਦਿਲ ਪਰਚਾਵਾ ਕਰੀ ਰੱਖੋ। ਤੁਸੀਂ ਸਾਰਿਆਂ ਦੇ ਪੂਜਨਯੋਗ ਹੋ। 4 ਦੇਸ਼ਾਂ ਵਿੱਚ ਤੁਹਾਡੀ ਸਿੱਖ ਸੇਵਕੀ ਹੈ। ਜਿੱਥੇ ਮਰਜ਼ੀ ਆਵੋ ਜਾਵੋ। ਪਰ ਮੈਂ ਹੁਣ ਸੁਣਿਆ ਹੈ ਕਿ ਤੁਸੀਂ ਇੱਕ ਨਗਾਰਾ ਬਣਵਾਇਆ ਹੈ, ਉਸ ਨੂੰ ਤੁਸੀਂ ਸੈਨਾ ਵਿੱਚ ਵਜਾਉਣਾ ਚਾਹੁੰਦੇ ਹੋ। ਬੇਟਾ ਜੀ ਇਸ ਤਰ੍ਹਾਂ ਤੁਹਾਡੇ ਕਰਨ ਨਾਲ ਅਚਾਨਕ ਹੀ ਕੋਈ ਨਾ ਕੋਈ ਬਖੇੜਾ ਉੱਠ ਖੜਾ ਹੋਵੇਗਾ। ਇਹ ਕੰਮ ਤੁਸੀਂ ਮੂਲੋਂ ਨਾ ਕਰੋ। ਆਰਾਮ ਨਾਲ ਆਪਣੀ ਪੂਰੀ ਵਿੱਚ ਵਸੋ ਤੇ ਸੁੱਖ ਮਾਣੋ। ਤੁਹਾਡੇ ਬਾਬਾ ਜੀ ਨੇ ਜਦ ਜੰਗ ਮਚਾਏ ਸਨ ਤਾਂ ਉਹਨਾਂ ਨੂੰ ਅੰਮ੍ਰਿਤਸਰ ਛੱਡਣਾ ਪਿਆ ਸੀ ਅਤੇ ਕਈ ਤਰ੍ਹਾਂ ਦੇ ਕਸ਼ਟ ਉਠਾਉਣੇ ਪਏ ਸਨ। ਰਾਜਾ ਭੀਮ ਚੰਦ ਜਿਸ ਦੇ ਰਾਜ ਵਿੱਚ ਅਸੀਂ ਰਹਿੰਦੇ ਹਾਂ ਉਹ ਤੁਹਾਡਾ ਨਗਾਰਾ ਵੱਜਦਾ ਸਹਾਰ ਨਹੀਂ ਸਕੇਗਾ। ਤੁਸੀਂ ਆਪਣੇ ਘਰ ਬੇਸ਼ੱਕ ਨੌਬਤ ਵਜਾ, ਪਰੰਤੂ ਸ਼ਿਕਾਰ ਚੜ੍ਹ ਕੇ ਨਗਾਰਾ ਨਾ ਖੜਕਾਉਣਾ। ਦੇਸ਼ ਦੇ ਰਾਜਿਆਂ ਨਾਲ ਸਾਡੀ ਗੱਲ ਨਹੀਂ ਪੁੱਗ ਸਕਦੀ। ਲੜਨ ਭਿੜਨ ਵਿੱਚ ਕੋਈ ਸੁੱਖ ਨਹੀਂ ਹੁੰਦਾ। ਮਾਤਾ ਜੀ ਪਾਸੋਂ ਇਹ ਸਭ ਕੁਝ ਸੁਣ ਕੇ ਸਤਿਗੁਰੂ ਜੀ ਨੇ ਕਿਹਾ,
ਮਾਤਾ ਜੀ, ਸਾਨੂੰ ਕਿਸੇ ਦਾ ਡਰ ਨਹੀਂ ਹੈ। ਅਸੀਂ ਜੰਗਲ ਵਿੱਚ ਸ਼ਿਕਾਰ ਖੇਡਾਂਗੇ ਅਤੇ ਆਪਣਾ ਨਗਾਰਾ ਜ਼ਰੂਰ ਵਜਾਵਾਂਗੇ। ਜਦ ਅਸੀਂ ਕਿਸੇ ਦਾ ਰਾਜ ਭਾਗ ਨਹੀਂ ਲੈਣਾ, ਫਿਰ ਸਾਡੇ ਨਾਲ ਕੋਈ ਝਗੜਾ ਕਿਉਂ ਕਰੇਗਾ? ਪਰੰਤੂ ਜੇਕਰ ਕੋਈ ਬਿਨਾਂ ਕਾਰਨ ਹੀ ਸਾਡੇ ਨਾਲ ਟੱਕਰ ਲਵੇਗਾ ਤਾਂ ਫਿਰ ਅਸੀਂ ਆਪਣੇ ਬਚਾਓ ਵਾਸਤੇ ਜੋ ਹੋ ਸਕੇਗਾ ਕਰਾਂਗੇ। ਤੁਸੀਂ ਮੈਨੂੰ ਰਾਜੇ ਭੀਮ ਚੰਦ ਦਾ ਨਾਮ ਲੈ ਕੇ ਬੱਚਿਆਂ ਵਾਂਗੂ ਡਰਾਉਂਦੇ ਹੋ, ਪਰੰਤੂ ਅਸੀਂ ਉਸੇ ਤਰ੍ਹਾਂ ਰਹਾਂਗੇ ਜਿਸ ਤਰ੍ਹਾਂ ਪਹਾੜੀ ਰਾਜੇ ਸਾਡੇ ਨਾਲ ਰਹਿਣਗੇ। ਅਸੀਂ ਪਹਿਲਾਂ ਕਿਸੇ ਨਾਲ ਵਿਰੋਧ ਨਹੀਂ ਕਰਾਂਗੇ, ਪਰ ਜੇ ਕੋਈ ਲੜੇਗਾ ਤਾਂ ਅਸੀਂ ਲੜਾਂਗੇ। ਜੇ ਕੋਈ ਮੇਲ ਮਿਲਾਪ ਰੱਖੇਗਾ ਤਾਂ ਅਸੀਂ ਉਸ ਨਾਲ ਮੇਲ ਮਿਲਾਪ ਰੱਖਾਂਗੇ। ਮਾਤਾ ਜੀ, ਅਸੀਂ ਕਿੰਨਾ ਕੁ ਚਿਰ ਛੁਪ ਕੇ ਰਹਾਂਗੇ? ਕਦੋਂ ਤੱਕ ਧੌਂਸਾ ਨਹੀਂ ਖੜਕਾਵਾਂਗੇ? ਸਾਨੂੰ ਪ੍ਰਗਟ ਹੋ ਕੇ ਸਭ ਕੁਝ ਕਰਨਾ ਪਵੇਗਾ। ਆਪ ਜੀ ਮਾਤਾ ਜੀ ਨੂੰ ਇਹ ਬਚਨ ਆ ਕੇ ਉੱਠ ਕੇ ਬਾਹਰ ਦੀਵਾਨ ਵਿੱਚ ਆ ਗਏ। ਆਉਂਦਿਆਂ ਹੀ ਆਪ ਜੀ ਨੇ ਗਰਜ ਕੇ ਮਸੰਦਾ ਨੂੰ ਆਖਿਆ, ਦਮਾਮਾ ਤਿਆਰ ਕਰਕੇ ਉਸ ਨੂੰ ਚੰਗੀ ਤਰ੍ਹਾਂ ਕੱਸ ਕੇ ਜ਼ੋਰ ਦੀ ਵਜਾਓ। ਇਹ ਗਰਜਨ ਸੁਣ ਕੇ ਮਾਮਾ ਕਿਰਪਾਲ ਸ਼ੀਘਰ ਉੱਠ ਕੇ ਆਪ ਜੀ ਦੇ ਪਾਸ ਆ ਗਿਆ ਅਤੇ ਫਿਰ ਉਹੀ ਗੱਲਾਂ ਆਖੀਆਂ ਕਿ ਸਾਨੂੰ ਹਕੂਮਤ ਨਾਲ ਮੱਥਾ ਨਹੀਂ ਲਾਉਣਾ ਚਾਹੀਦਾ। ਉਹਨਾਂ ਪਾਸ ਸਿੱਖੀ ਸੇਵਕੀ ਤੋਂ ਬਿਨਾਂ ਜੰਗਾਂ ਯੁੱਧਾਂ ਵਾਸਤੇ ਕੋਈ ਸਮਾਨ ਨਹੀਂ ਹੈ। ਸਾਨੂੰ ਸ਼ਾਂਤੀ ਨਾਲ ਰਹਿ ਕੇ ਚੰਗਾ ਮੰਦਾ ਸਮਾਂ ਵੇਖਣਾ ਚਾਹੀਦਾ ਹੈ। ਪਰੰਤੂ ਸਤਿਗੁਰੂ ਜੀ ਨੇ ਮਾਮਾ ਜੀ ਨੂੰ ਵੀ ਉਹੀ ਉੱਤਰ ਦਿੱਤਾ ਕਿ ਮਾਮਾ ਜੀ, ਅਸੀਂ ਕਿੰਨਾ ਕੁ ਚਿਰ ਸੰਸਾਰ ਵਿੱਚ ਲੁਕ ਛਿਪ ਕੇ ਰਹਾਂਗੇ? ਗੁਰੂ ਸਾਹਿਬਾਂ ਦਾ ਤੇਜ ਪ੍ਰਤਾਪ 7 ਸਮੁੰਦਰਾਂ ਤੱਕ ਜਾਣਾ ਹੈ। ਪਹਾੜੀ ਰਾਜਿਆਂ ਤੋਂ ਉਹ ਰੁਕ ਨਹੀਂ ਸਕੇਗਾ। ਗੁਰੂ ਘਰ ਕਿਸੇ ਨਾਲ ਵੈਰ ਵਿਰੋਧ ਨਹੀਂ ਕਰਦਾ। ਦੇਸਾਂ ਵਿਦੇਸ਼ਾਂ ਤੋਂ ਸਿੱਖ ਚੱਲੇ ਆ ਰਹੇ ਹਨ। ਮਸੰਦ ਜੋ ਪਾਸ ਬੈਠੇ ਸਾਰੀ ਗੱਲ ਸੁਣ ਰਹੇ ਸਨ। ਉਹਨਾਂ ਕਿਹਾ, ਮਹਾਰਾਜ ਜੀ, ਦੁਸ਼ਮਣ ਤੇ ਆਪਣੇ ਬਲ ਤੇ ਧਨ ਨੂੰ ਵਿਚਾਰ ਲਵੋ। ਤੁਸੀਂ ਜਗਤ ਦੇ ਪੂਜ ਸ਼ਾਂਤ ਸਰੂਪ ਹੋ। ਉਹ ਦੇਸ਼ ਦੇ ਰਾਜੇ ਛਲ ਵੱਲ ਕਰਨ ਵਾਲੇ ਹਨ। ਫਿਰ ਦੇਸ਼ ਵਿੱਚ ਤੁਰਕਾਂ ਦਾ ਬੜਾ ਜ਼ੋਰ ਹੈ। ਮਸੰਦ ਦੀ ਗੱਲ ਟੁੱਕ ਕੇ ਸੰਗੋ ਸ਼ਾਹ ਬੀਬੀ ਵੀਰੋ ਦਾ ਪੁੱਤਰ ਬੋਲਿਆ, ਓਏ, ਸਾਡੇ ਨਾਨਾ ਜੀ ਨੇ ਜੰਗ ਕਰਕੇ ਤੁਰਕਾਂ ਦੇ ਛੱਕੇ ਛੁਡਾ ਦਿੱਤੇ ਸਨ। ਇਹ ਉਹਨਾਂ ਦੇ ਹੀ ਪੋਤਰੇ ਸਰਬ ਕਲਾ ਸਮਰੱਥ ਹਨ। ਤੁਸੀਂ ਇਹਨਾਂ ਨੂੰ ਕਿਉਂ ਰੋਕਦੇ ਹੋ? ਸੰਗੋ ਸ਼ਾਹ ਦੀ ਇਹ ਵੀਰ ਰਸ ਵਾਲੀ ਗੱਲ ਸੁਣ ਕੇ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਅਤੇ ਕਿਹਾ, ਮਾਮਾ ਜੀ, ਅਸੀਂ ਆਪਣੇ ਪਿੰਡ ਵਿੱਚ ਜਾਂ ਬਾਹਰ ਜੋ ਦਿਲ ਆਵੇ ਉਹ ਕਰਾਂਗੇ। ਪਹਾੜੀਏ ਜੇ ਆਪਣਾ ਬਲ ਵਿਖਾਉਣਗੇ ਤਾਂ ਅਸੀਂ ਕਿਹੜੀਆਂ ਜਨਾਨੀਆਂ ਹਾਂ? ਅਸੀਂ ਅਕਾਲ ਪੁਰਖ ਦੀ ਆਗਿਆ ਅਨੁਸਾਰ ਹੀ ਉਹਨਾਂ ਨਾਲ ਵਰਤਾਂਗੇ। ਸਾਨੂੰ ਅਕਾਲ ਪੁਰਖ ਨੇ ਜਦ ਪ੍ਰਗਟ ਹੋਣ ਵਾਸਤੇ ਹੀ ਭੇਜਿਆ ਹੈ ਤਾਂ ਫਿਰ ਧੌਂਸੇ ਅਤੇ ਸੇਨਾ ਤੋਂ ਬਿਨਾਂ ਉਸ ਦੀ ਇਹ ਇੱਛਾ ਪੂਰੀ ਕਿਸ ਤਰ੍ਹਾਂ ਹੋ ਸਕਦੀ ਹੈ? ਉੱਠੋ, ਸਤਿਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਕੇ ਤਿਆਰ ਹੋ ਕੇ ਪਹਿਲਾਂ ਭੀਮ ਚੰਦ ਨੂੰ ਹੀ ਧੌਂਸਾ ਛੁਡਾਈਏ। ਉਸ ਦੇ ਜੰਗਲ ਵਿੱਚ ਸ਼ਿਕਾਰ ਖੇਡੀਏ ਅਤੇ ਧੌਂਸਾ ਖੜਕਾ ਕੇ ਐਸੀ ਗੜਗੜ ਪਾਈਏ ਕਿ ਸਾਰਾ ਪਹਾੜ ਗੂੰਜ ਉੱਠੇ। ਨੰਦ ਚੰਦ ਨੂੰ ਆਪ ਜੀ ਨੇ ਫਰਮਾਇਆ ਕਿ ਧੌਂਸਾ ਚੰਗੀ ਤਰ੍ਹਾਂ ਮਸਾਲੇ ਲਾ ਕੇ ਤਿਆਰ ਕਰੋ, ਜਿਸ ਦੀ ਗੂੰਜ ਪਹਾੜੀ ਰਾਜਿਆਂ ਨੂੰ ਚੰਗੀ ਤਰ੍ਹਾਂ ਸੁਣ ਜਾਵੇ। ਸਤਿਗੁਰੂ ਜੀ ਨੇ ਇਸ ਦਾ ਆਕਾਰ ਤੇ ਆਵਾਜ਼ ਸੁਣ ਕੇ ਇਸ ਦਾ ਨਾਮ ਰਣਜੀਤ ਨਗਾਰਾ ਰੱਖਿਆ। ਸਤਿਗੁਰੂ ਜੀ ਦੇ ਇਸ ਹੁਕਮ ਅਨੁਸਾਰ ਧੌਂਸੇ ਨੂੰ ਤਿਆਰ ਕਰਵਾ ਕੇ ਨੰਦ ਚੰਦ ਨੇ ਬੇਨਤੀ ਕੀਤੀ ਕਿ ਹਜ਼ੂਰ, ਆਪ ਜੀ ਦਾ ਧੌਂਸਾ ਐਸਾ ਤਿਆਰ ਹੋਇਆ ਹੈ ਕਿ ਜਿਸ ਵਰਗਾ ਹੋਰ ਕੋਈ ਨਹੀਂ ਹੋ ਸਕਦਾ। ਨੰਦ ਚੰਦ ਦੀ ਇਸ ਗੱਲ ਨਾਲ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਅਤੇ ਦੂਜੇ ਦਿਨ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਬਹੁਤ ਸਾਰਾ ਕੜਾਹ ਪ੍ਰਸ਼ਾਦ ਤਿਆਰ ਕਰਵਾ ਕੇ ਧੌਂਸੇ ਨੂੰ ਇੱਕ ਬਲਵਾਨ ਘੋੜੇ ਦੀ ਪਿੱਠ ਉੱਤੇ ਬੰਨ੍ਹ ਦਿੱਤਾ ਅਤੇ ਫਿਰ 9ਵਾਂ ਪਾਤਸ਼ਾਹੀਆਂ ਦਾ ਨਾਮ ਲੈ ਕੇ ਅਰਦਾਸ ਕੀਤੀ। ਅਰਦਾਸ ਦੀ ਸਮਾਪਤੀ ਉੱਤੇ ਧੌਂਸੇ ਨੂੰ ਖੜਕਾਇਆ, ਜੋ ਬਹੁਤ ਦੂਰ ਦੂਰ ਤੱਕ ਸੁਣਿਆ ਗਿਆ। ਇਸ ਨਵੀਂ ਗੱਲ ਨੂੰ ਵੇਖਣ ਵਾਸਤੇ ਜਦ ਪਿੰਡ ਦੇ ਸਾਰੇ ਲੋਕ ਇਕੱਠੇ ਹੋ ਗਏ ਤਾਂ ਉਹਨਾਂ ਵਿੱਚ ਕੜਾਹ ਪ੍ਰਸ਼ਾਦ ਵਰਤਾ ਕੇ ਆਪ ਜੀ ਨੇ ਸ਼ਸਤਰ ਬਸਤਰ ਸਜਾ ਕੇ ਆਪਣੇ ਕੁਝ ਸੂਰਮਿਆਂ ਸਹਿਤ ਘੋੜਿਆਂ ਦੀ ਸਵਾਰੀ ਕਰ ਲਈ। ਬਾਕੀ ਬਹੁਤ ਲੋਕ ਨਾਲ ਪੈਦਲ ਤਿਆਰ ਹੋ ਗਏ। ਸਭ ਤਰ੍ਹਾਂ ਦੀ ਤਿਆਰੀ ਵੇਖ ਕੇ ਮਸੰਦਾ ਨੇ ਬੇਨਤੀ ਕੀਤੀ, ਪਾਤਸ਼ਾਹ, ਮਾਤਾ ਜੀ ਨੇ ਤੁਹਾਨੂੰ ਇਹ ਆਖ ਭੇਜਿਆ ਹੈ ਕਿ ਇਸ ਤਰ੍ਹਾਂ ਕਰਨ ਨਾਲ ਬਖੇੜਾ ਵੱਧ ਜਾਏਗਾ। ਭੀਮ ਚੰਦ ਰਾਜਾ ਬੜਾ ਤਾਕਤਵਰ ਹੈ। ਉਸ ਦੇ ਰਾਜ ਵਿੱਚ ਤੁਸੀਂ ਧੌਂਸਾ ਕਿਉਂ ਵਜਾਉਂਦੇ ਹੋ? ਉਸ ਨੂੰ ਘਰ ਬੈਠੇ ਬਿਠਾਏ ਨੂੰ ਤੁਸੀਂ ਬੇਅਰਥ ਹੀ ਖਿਜਾਉਂਦੇ ਹੋ। ਤੁਸਾਂ ਸ਼ਿਕਾਰ ਜਾਣਾ ਹੈ ਤਾਂ ਜਾਓ, ਧੌਂਸਾ ਨਾਲ ਨਾ ਖੜਾਓ। ਉਸ ਨੂੰ ਇੱਥੇ ਹੀ ਰਹਿਣ ਦਿਓ। ਉਪਰੰਤ ਮਾਤਾ ਜੀ ਦੇ ਇਸ ਸੁਨੇਹੇ ਦੀ ਹੋਰ ਮਸੰਦਾ ਨੇ ਵੀ ਪੁਸ਼ਟੀ ਕੀਤੀ। ਪਰੰਤੂ ਸਤਿਗੁਰੂ ਜੀ ਨੇ ਫਰਮਾਇਆ ਕਿ ਜਿਤਨੇ ਰਾਜ ਸਾਜ ਦੇ ਕੰਮ ਹਨ, ਇਹ ਸਾਰੇ ਜੰਗ ਆਦਿ ਨਾਲ ਹੀ ਕਰਨਯੋਗ ਹੁੰਦੇ ਹਨ। ਮਾਤਾ ਜੀ ਇਹਨਾਂ ਗੱਲਾਂ ਨੂੰ ਨਹੀਂ ਜਾਣ ਸਕਦੇ। ਇਹ ਪਹਾੜੀ ਰਾਜੇ ਕੀ ਹਨ ਜਿਨ੍ਹਾਂ ਤੋਂ ਮਾਤਾ ਜੀ ਡਰ ਰਹੇ ਹਨ? ਸਾਨੂੰ ਅਕਾਲ ਪੁਰਖ ਦੀ ਇਹ ਆਗਿਆ ਹੈ ਕਿ ਪਹਿਲਾਂ ਕਿਸੇ ਨੂੰ ਕੁਝ ਨਾ ਆਖੋ, ਪਰ ਜੇ ਕੋਈ ਸ਼ਰਾਰਤ ਕਰੇ ਤਾਂ ਉਸ ਨੂੰ ਜੰਗ ਕਰਕੇ ਸਿੱਧਾ ਕਰੋ। ਇਹ ਬਚਨ ਆ ਕੇ ਆਪ ਜੀ ਘੋੜੇ ਉੱਤੇ ਸਵਾਰ ਹੋ ਗਏ ਅਤੇ ਸੇਵਾਦਾਰ ਨੇ ਧੌਂਸੇ ਉੱਤੇ ਦੂਰੀ ਚੋਭ ਮਾਰ ਕੇ ਐਸਾ ਖੜਕਾਇਆ ਕਿ ਲੋਕਾਂ ਨੂੰ ਬੱਦਲ ਗਰਜਦਾ ਜਾਪਿਆ। ਸਤਿਗੁਰੂ ਜੀ ਪਹਾੜ ਰੁੱਖ ਕਰਕੇ ਸੈਨਾ ਸਹਿਤ ਧੌਂਸਾ ਲੈ ਕੇ ਜੰਗਲਾਂ ਵਿੱਚ ਚਲੇ ਗਏ।
ਆਪ ਜੀ ਹਿਰਨ ਸਹੇ ਆਦਿਕ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਦੇ ਕਰਦੇ ਰਾਜਾ ਭੀਮ ਚੰਦ ਦੀ ਰਾਜਧਾਨੀ ਬਿਲਾਸਪੁਰ ਦੇ ਨੇੜੇ ਚਲੇ ਗਏ। ਉੱਥੇ ਆਪ ਜੀ ਨੇ ਸੇਵਾਦਾਰਾਂ ਨੂੰ ਹੁਕਮ ਦੇ ਕੇ ਨਗਾਰਾ ਬੜੇ ਜ਼ੋਰ ਦੀ ਵਜਵਾਇਆ, ਜਿਸ ਦੀ ਗੂੰਜ ਪਹਾੜਾਂ ਦੀਆਂ ਦੂਨਾਂ ਵਿੱਚ ਐਦਾਂ ਗੂੰਜ ਉੱਠੀ ਜਿਵੇਂ ਭੁਚਾਲ ਆਉਂਦਾ ਹੈ। ਇਸ ਤਰ੍ਹਾਂ ਨਗਾਰੇ ਦੀ ਸੁੰਦਰ ਉੱਚੀ ਗੂੰਜਵੀਂ ਆਵਾਜ਼ ਸੁਣ ਕੇ ਆਪ ਜੀ ਨੇ ਇਸ ਦਾ ਨਾਮ ਰਣਜੀਤ ਨਗਾਰਾ ਰੱਖ ਦਿੱਤਾ, ਜੋ ਸਦਾ ਪ੍ਰਸਿੱਧ ਰਹੇਗਾ। ਇਹ ਭਿਆਨਕ ਗੂੰਜ ਸੁਣ ਕੇ ਰਾਜਾ ਭੀਮ ਚੰਦ ਵੀ ਕੰਬ ਉੱਠਿਆ। ਉਸਨੇ ਆਪਣੇ ਵਜ਼ੀਰਾਂ ਅਮੀਰਾਂ ਨੂੰ ਪੁੱਛਿਆ, ਇਹ ਨਗਾਰਾ ਕਿਸ ਦਾ ਹੈ? ਕਿਸੇ ਪਹਾੜੀ ਰਾਜੇ ਦਾ ਇਹ ਨਗਾਰਾ ਨਹੀਂ ਹੈ, ਇਹ ਕੋਈ ਨਵਾਂ ਹੀ ਜਾਪਦਾ ਹੈ, ਵੱਜਦਾ ਦੂਰ ਹੈ ਪਰ ਜਾਪਦਾ ਨੇੜੇ ਹੈ। ਭੀਮ ਚੰਦ ਦੀ ਇਹ ਹੈਰਾਨੀ ਭਰੀ ਚਿੰਤਾਜਨਕ ਗੱਲ ਸੁਣ ਕੇ ਵਜ਼ੀਰ ਨੇ ਕਿਹਾ, ਹਜ਼ੂਰ, ਮੈਂ ਸੁਣਿਆ ਹੈ ਕਿ ਗੁਰੂ ਤੇਗ ਬਹਾਦਰ ਜੀ ਦਾ ਲੜਕਾ, ਜਿਸ ਦਾ ਨਾਮ ਗੋਬਿੰਦ ਰਾਏ ਹੈ, ਉਹ ਆਪਣੇ ਪਿਤਾ ਦੇ ਵਸਾਏ ਹੋਏ ਨਗਰ ਆਨੰਦਪੁਰ ਵਿੱਚ ਰਹਿੰਦਾ ਹੈ। ਭਾਵੇਂ ਉਮਰ ਕਰਕੇ ਛੋਟੇ ਹਨ, ਪਰ ਹਨ ਬੜੇ ਬਲਵਾਨ, ਸ਼ਸਤਰ ਵਿੱਦਿਆ ਦੇ ਧਨੀ ਅਤੇ ਹਜ਼ਾਰਾਂ ਸੰਗਤਾਂ ਇਹਨਾਂ ਪਾਸ ਦਰਸ਼ਨ ਕਰਨ ਆਉਂਦੀਆਂ ਹਨ ਅਤੇ ਬੇਅੰਤ ਧਨ ਆਦਿਕ ਭੇਟਾ ਕਰਦੀਆਂ ਹਨ। ਉਹ ਜੰਗਲ ਵਿੱਚ ਸ਼ਿਕਾਰ ਖੇਡਣ ਆਉਂਦੇ ਰਹਿੰਦੇ ਹਨ। ਇੱਕ ਵੱਡਾ ਧੌਂਸਾ ਵੀ ਉਹਨਾਂ ਨੇ ਹੀ ਤਿਆਰ ਕਰਵਾਇਆ ਸੁਣਿਆ ਹੈ। ਜਾਪਦਾ ਹੈ ਕਿ ਉਹ ਅੱਜ ਇੱਧਰ ਸ਼ਿਕਾਰ ਚੜ੍ਹ ਕੇ ਆਏ ਹਨ ਅਤੇ ਉਹਨਾਂ ਨੇ ਹੀ ਧੌਂਸਾ ਵਜਾਇਆ ਹੈ। ਉਹਨਾਂ ਦੇ ਰਾਜੇ ਮਹਾਰਾਜੇ ਵੀ ਸੇਵਕ ਹਨ, ਜੋ ਬਹੁਤ ਅਜੀਬ ਚੀਜ਼ਾਂ ਉਹਨਾਂ ਨੂੰ ਅਰਪਣ ਕਰਦੇ ਹਨ। ਸੁਣਿਆ ਹੈ ਕਿ ਅਸਾਮ ਦੇਸ਼ ਦਾ ਰਾਜਾ ਇਹਨਾਂ ਵਾਸਤੇ ਅਦਭੁਤ ਚੀਜ਼ਾਂ ਲੈ ਕੇ ਦਰਸ਼ਨ ਕਰਨ ਆਇਆ ਸੀ। ਉਸਨੇ ਇੱਕ ਸੁੰਦਰ ਹਾਥੀ, 5 ਸੁੰਦਰ ਘੋੜੇ, ਇੱਕ ਪੰਚਕਲਾ ਸ਼ਸਤਰ, ਇੱਕ ਦੰਦ ਖੰਡ ਦੀ ਚੌਕੀ, ਇੱਕ ਅਜੀਬ ਜਾਮ ਕਟੋਰਾ ਅਤੇ ਬੇਅੰਤ ਧਨ ਭੇਟਾ ਕੀਤਾ ਸੀ। ਅਮੀਰ ਗਰੀਬ ਸਭ ਕੋਈ ਇਹਨਾਂ ਪਾਸ ਆਉਂਦੇ ਹਨ। ਇਹਨਾਂ ਦੇ ਨਾਲ ਮਿਲਾਪ ਰੱਖੋ, ਕਿਉਂਕਿ ਇੱਕ ਤਾਂ ਇਹ ਪੂਜਨਯੋਗ ਗੁਰੂ ਹਨ ਤੇ ਦੂਜਾ ਸੈਨਾ ਸਹਿਤ ਬੜੀ ਸੂਰਮੇ ਹਨ। ਅੱਜ ਦੇ ਭਾਗ ਵਿੱਚ ਸੰਗਤ ਜੀ ਇੰਨਾ ਹੀ। ਲੜੀ ਜੋੜਨ ਲਈ ਅਗਲੀ ਵੀਡੀਓ ਦਾ ਇੰਤਜ਼ਾਰ ਜ਼ਰੂਰ ਕਰਿਓ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।